हाँ जी, आज आप कंटिन्यू करते हाँ। लर्निंग वाला टॉपिक अपना चल रहा सी। ਤਾਂ ਲਰਨਿੰਗ ਦੇ ਨਾਲ ਕੁਝ ਇੱਕ ਕਨਸੈਪਟ ਹੁੰਦੇ ਨੇ, ਡਿਫਰੈਂਟ ਕਨਸੈਪਟ। ਜਿਵੇਂ ਆਪਾਂ ਗੱਲ ਕਰੀਏ ਤਾਂ ਲਰਨਿੰਗ ਦੇ ਵਿੱਚ ਕੀ ਆ ਜਾਂਦਾ ਹੈ। ਲਰਨਿੰਗ ਦੇ ਵਿੱਚ ਇੱਕ ਤਾਂ ਬਈ ਆਪਾਂ ਸਿੱਖਦੇ ਹਾਂ ਕਿੰਨਾਂ ਦੇ ਥਰੂ ਆ, ਐਕਸਪੀਰੀਐਂਸਿਸ ਦੇ ਥਰੂ। ਲਰਨਿੰਗ ਜਿਹੜੀ ਹੈ ਉਹਨੂੰ ਆਪਾਂ ਰਿਲੇਟ ਕਰੀਏ ਤਾਂ ਕਿੰਦੇ ਨਾਲ ਕਰਦੇ ਆ, ਐਕਸਪੀਰੀਐਂਸਿਸ ਦੇ ਨਾਲ। ਲੇਕਿਨ ਇੱਕ ਹੋਰ ਚੀਜ਼ ਹੈ ਆਪਣੇ ਕੋਲ, ਉਹ ਕੀ ਹੈ, ਮੈਚੂਰੇਸ਼ਨ। ਤਾਂ ਲਰਨਿੰਗ ਜਿਹੜੀ ਹੈ, ਜੇ ਆਪਾਂ ਇੱਥੇ ਇਸ ਤਰ੍ਹਾਂ ਲਿਖੀਏ, ਆ ਮੈਚੂਰੇਸ਼ਨ ਐਕਸਪੀਰੀਅੰਸ ਹੈ, ਸਾਰਿਆਂ ਨਾਲ ਰਿਲੇਟ ਕੀ ਕਰਦੀ ਹੈ, ਲਰਨਿੰਗ ਕਰਦੀ ਹੈ। ਆਪਾਂ ਲਰਨਿੰਗ ਐਕਸਪੀਰੀਅੰਸਿਸ ਦੇ ਥਰੂ ਵੀ ਕਰਦੇ ਹਾਂ, ਨਾਲ ਦੀ ਨਾਲ ਮੈਚੂਰੇਸ਼ਨ ਦੇ ਨਾਲ ਵੀ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ। ਜਿਵੇਂ ਜਿਵੇਂ ਮੈਚਿਓਰ ਹੁੰਦੇ ਹਾਂ, ਜਿਵੇਂ ਆਪਾਂ ਦੇਖਦੇ ਹਾਂ ਬੱਚਾ ਬਰਥ ਲੈਂਦਾ ਹੈ ਜਦੋਂ, ਤਾਂ ਉਸ ਤੋਂ ਬਾਅਦ ਜਦੋਂ 2 ਸਾਲ ਦਾ ਹੁੰਦਾ ਹੈ ਕਿੰਨੇ ਸ਼ਬਦ ਸਿੱਖੇਗਾ। ਫਿਰ ਅੱਗੋਂ 6 ਸਾਲ ਦਾ ਹੋ ਗਿਆ, ਹੋਰ ਉਹਦੀ ਵੋਕੈਬਲਰੀ ਵੱਧ ਜਾਂਦੀ ਹੈ। ਏਜ ਦੇ ਨਾਲ ਵੀ ਆਪਣੀਆਂ ਲਰਨਿੰਗ ਹੁੰਦੀਆਂ ਨੇ। ਜਿਵੇਂ ਆਪਾਂ ਇਨਫੈਂਸੀ ਦੇ ਵਿੱਚ ਜਿਹੜਾ ਹੈ ਸੈਂਸਸ ਦੇ ਥਰੂ ਸਿੱਖਦੇ ਹਾਂ, ਚਾਈਲਡਹੁੱਡ 'ਚ ਚਲੇ ਜਾਂਦੇ ਹਾਂ ਤਾਂ ਆਪਣੀ ਸਕੂਲ ਏਜ ਆ ਜਾਂਦੀ ਹੈ, ਤਾਂ ਉਹ ਵੀ ਕੀ ਹੈ, ਉਹ ਮੈਚੂਰੇਸ਼ਨ ਹੈ। ਜਿਹੜੀ ਆਪਣੀ ਏਜ ਦੇ ਨਾਲ ਆਪਣੇ ਬਈ ਅੰਗਾਂ ਦਾ, ਜਿਹੜੀ ਆਪਣੀ ਬੋਡੀ ਦੇ ਔਰਗਨਸ ਡਿਵੈਲਪ ਹੁੰਦੇ ਨੇ, ਉਹ ਕੀ ਹੈ, ਮੈਚੂਰੇਸ਼ਨ ਹੈ। ਸਮਝ ਕੇ ਜੰਮਦੇ ਬੱਚੇ ਨੂੰ ਆਪਾਂ ਇਹ ਉਮੀਦ ਨਹੀਂ ਕਰ ਸਕਦੇ ਬੋਲਣ ਲੱਗ ਜਾਏਗਾ। ਕਦੋਂ ਬੋਲੇਗਾ, ਜਦੋਂ 2 ਸਾਲ ਦਾ ਹੋ ਜਾਏਗਾ। ਸਮਝ ਗਏ। ਤਾਂ ਉਹ ਕੀ ਚੀਜ਼ ਹੈ ਜਿਹੜੀ ਏਜ ਦੇ ਨਾਲ ਡਿਵੈਲਪ ਹੋਣਗੀਆਂ, ਉਹ ਕੀ ਹੈ, ਉਹ ਮੈਚੂਰੇਸ਼ਨ ਹੈ, ਪਰਿਪੱਕਤਾ ਹੈ। ਤੇ ਜੋ ਆਪਾਂ ਇਨਵਾਇਰਨਮੈਂਟ ਤੋਂ ਸਿੱਖ ਰਹੇ ਹਾਂ, ਉਹ ਕੀ ਮਿਲ ਰਹੇ ਨੇ, ਆਪਾਂ ਨੂੰ ਅਨੁਭਵ ਮਿਲਦੇ ਨੇ। ਸਮਝ ਗਏ। ਤਾਂ ਸਿੱਖਣਾ ਜਿਹੜਾ ਉਹ ਤਿੰਨਾਂ ਨਾਲ ਸੰਬੰਧਿਤ ਹੋ ਜਾਂਦਾ ਹੈ। ਇਹ ਚੀਜ਼ ਕਲੀਅਰ ਹੋਈ। ਲਰਨਿੰਗ ਜਿਹੜੀ ਹੈ ਦੋਨਾਂ ਦੇ ਨਾਲ ਸੰਬੰਧਿਤ ਹੈ, ਅਨੁਭਵਾਂ ਨਾਲ ਵੀ ਤੇ ਮੈਚੂਰੇਸ਼ਨ ਨਾਲ ਵੀ। ਜਿਵੇਂ ਜਿਵੇਂ ਮੈਚਿਓਰ ਹੁੰਦੇ ਆ ਤਾਂ ਆਪਾਂ ਸਿੱਖਦੇ ਹਾਂ। ਜਿਵੇਂ ਆਪਾਂ ਲੈਂਗੁਏਜ ਸਿੱਖਣੀ ਹੈ, ਲੈਂਗੁਏਜ ਕਿਵੇਂ ਸਿੱਖਾਂਗੇ, ਜਦੋਂ 2 ਸਾਲ ਦੇ ਹੋ ਜਾਣਗੇ। ਇਹ ਨਹੀਂ 2 ਸਾਲ ਦੇ ਹੁੰਦੇ ਹੀ ਆਪਦੇ ਆਪ ਬੋਲਣ ਲੱਗ ਜਾਣਗੇ। ਐਫਰਟਸ ਵੀ ਕਰਨੇ ਪੈਣਗੇ, ਸਿਖਾਣਾ ਵੀ ਪਏਗਾ। ਸਮਝ ਗਏ। ਜੋ ਆਪਣੀ ਬੱਚੇ ਫਿਜ਼ੀਕਲ ਗਰੋਥ ਹੁੰਦੀ ਹੈ, ਇਨਫੈਂਸੀ ਤੋਂ ਤੁਸੀਂ ਐਡੋਲਸੈਂਸ ਤੱਕ ਚਲੇ ਗਏ, ਉਹ ਕੀ ਚੀਜ਼ ਹੈ, ਉਹ ਮੈਚੂਰੇਸ਼ਨ ਹੈ। ਏਜ ਦੇ ਨਾਲ ਆਪਣੇ ਜਿਹੜੇ ਬੋਡੀ ਦੇ ਅੰਗ ਆਪਣੇ ਆਪ ਵਿਕਸਿਤ ਹੋ ਰਹੇ ਨੇ, ਚੇਂਜਸ ਆ ਰਹੀਆਂ ਨੇ, ਉਹ ਮੈਚੂਰੇਸ਼ਨ ਹੈ। ਲੇਕਿਨ ਜੋ ਆਪਾਂ ਵੈਸੇ ਸਿੱਖ ਰਹੇ ਹਾਂ, ਉਹ ਅਨੁਭਵਾਂ ਦੁਆਰਾ ਸਿੱਖਦੇ ਹਾਂ। ਡਰਾਈਵਿੰਗ ਸਿੱਖ ਲਈ, ਕੁਕਿੰਗ ਸਿੱਖ ਲਈ, ਲੇਕਿਨ ਕਈ ਇਹੋ ਜਿਹੇ ਚੀਜ਼ਾਂ ਨੇ ਜਿਨ੍ਹਾਂ 'ਚ ਦੋਨਾਂ ਦੀ ਲੋੜ ਪੈਂਦੀ ਹੈ। ਜਦੋਂ ਲੈਂਗੁਏਜ ਸਿੱਖਦੇ ਹਾਂ, ਉਦੋਂ ਆਪਾਂ ਨੂੰ ਆਪਣੇ 'ਚ 2 ਸਾਲ ਦੇ ਹੋਵਾਂਗੇ ਤਾਂ ਹੀ ਆਪਾਂ ਭਾਸ਼ਾ ਸਿੱਖ ਪਾਵਾਂਗੇ। ਤੇ ਜੇ ਆਪਾਂ ਨੂੰ ਕੋਈ ਸਿਖਾਏਗਾ ਤਾਂ ਹੀ ਸਿੱਖਾਂਗੇ, ਅਨੁਭਵ ਵੀ ਦੇਗਾ। ਗ੍ਰੈਂਡ ਪੇਰੈਂਟਸ ਸਿਖਾਣਗੇ ਜਾਂ ਪੇਰੈਂਟਸ ਸਿਖਾਣਗੇ। ਸਮਝ ਗਏ ਇਹ ਚੀਜ਼ ਨੂੰ। ਇਹ ਕਿਵੇਂ ਰਿਲੇਟ ਕਰਦਾ ਹੈ ਲਰਨਿੰਗ, ਮੈਚੂਰੇਸ਼ਨ ਤੇ ਐਕਸਪੀਰੀਅੰਸ। ਇਹਦੀ ਇੱਕ ਡੈਫੀਨੇਸ਼ਨ ਵੀ ਆਪਣੇ ਕੋਲ ਮੈਚੂਰੇਸ਼ਨ ਦੀ। ਮੈਚੂਰੇਸ਼ਨ ਦਾ ਮੀਨਸ ਕੀ ਹੈ, ਡਿਵੈਲਪਮੈਂਟ ਰਿਜ਼ਲਟਿੰਗ ਇਨ ਚੇਂਜਸ ਇਨ ਬਿਹੇਵੀਅਰ ਡਿਊ ਟੂ ਹੈਰੀਡੇਟਰੀ ਫੈਕਟਰਸ ਰਾਦਰ ਟੂ ਲਰਨਿੰਗ। ਜਦੋਂ ਬਈ ਲਰਨਿੰਗ ਦੀ ਬਜਾਏ ਹੈਰੀਡੇਟਰੀ ਫੈਕਟਰਸ ਦੇ ਕਾਰਨ ਆਪਣੇ 'ਚ ਚੇਂਜ ਆਉਂਦਾ ਹੈ, ਵੰਸ਼ ਦੇ ਨਾਲ ਸੰਬੰਧਿਤ ਕਾਰਕਾਂ ਦੇ ਕਰਕੇ ਆਪਣੇ 'ਚ ਪਰਿਵਰਤਨ ਆਉਂਦਾ ਹੈ, ਤਾਂ ਉਹਨੂੰ ਆਪਾਂ ਮੈਚੂਰੇਸ਼ਨ ਕਹਿੰਦੇ ਹਾਂ। ਮੈਂ ਤੁਹਾਨੂੰ ਕਿਹਾ ਕਿ ਬੱਚਾ ਪਹਿਲੇ ਇਨਫੈਂਸੀ ਸੀ, ਹੁਣ ਚਾਈਲਡਹੁੱਡ 'ਚ ਚਲਾ ਗਿਆ, ਫਿਰ ਐਡੋਲਸੈਂਸ 'ਚ ਚਲਾ ਗਿਆ। ਇਸ ਤਰ੍ਹਾਂ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਹੈ ਬਈ ਇਹ ਕਿਸ ਦੀ ਉਦਾਹਰਨ ਹੈ, ਤੇ ਇਹ ਕਿੰਦੀ ਉਦਾਹਰਨ ਹੋਏਗੀ, ਮੈਚੂਰੇਸ਼ਨ ਦੀ, ਪਰਿਪੱਕਤਾ ਦੀ। ਕਲੀਅਰ ਹੋਇਆ। ਇਹ ਕਨਸੈਪਟ ਨੂੰ ਸਮਝਣਾ, ਕੁਐਸਚਨ ਆਪਣੇ ਆਪ ਸੋਲਵ ਹੋਣਗੇ। ਜੋ ਨਾ ਆਪਾਂ ਇਹਨਾਂ ਦੇ ਡਿਫਰੈਂਸ ਦੀ ਗੱਲ ਕਰੀਏ, ਇਹਨਾਂ ਤੋਂ ਤੁਸੀਂ ਇਹਨਾਂ ਦਾ ਕਨਸੈਪਟ ਹੋਰ ਚੰਗੀ ਤਰ੍ਹਾਂ ਸਮਝ ਲੋਗੇ। ਮੈਚੂਰੇਸ਼ਨ ਤੇ ਲਰਨਿੰਗ ਦਾ ਜੇ ਆਪਾਂ ਦੇਖੀਏ ਤਾਂ ਮੈਚੂਰੇਸ਼ਨ ਕੀ ਹੈ, ਇਨਨੇਟ ਹੁੰਦੀ ਹੈ ਬਈ, ਅੰਦਰੂਨੀ ਹੁੰਦੀ ਹੈ। ਸਮਝ ਗਏ। ਯਾਨੀ ਆਪਣੇ ਬਈ ਜਨਮ ਤੋਂ ਹੀ ਇਹ ਚੀਜ਼ਾਂ ਡਿਸਾਈਡ ਹੋ ਜਾਂਦੀਆਂ ਨੇ ਕਿ ਆਪਣੇ ਵਾਲਾਂ ਦਾ ਕਲਰ ਕਿਸ ਤਰ੍ਹਾਂ ਹੋਏਗਾ, ਅੱਖਾਂ ਦਾ ਰੰਗ ਕਿਸ ਤਰ੍ਹਾਂ ਹੋਏਗਾ। ਕਲੀਅਰ ਹੈ। ਕੀ ਹੈ, ਮੈਚੂਰੇਸ਼ਨ ਹੈ। ਇਹ ਹੈਰੀਡੇਟਰੀ ਫੈਕਟਰ ਹੈ। ਪੇਰੈਂਟਸ ਦੇ ਅਕੋਰਡਿੰਗ ਹੀ ਬੱਚੇ ਜਿਹੜੇ ਨੇ ਗਰੋ ਹੁੰਦੇ ਨੇ। ਤਾਂ ਜਿਹੜੀ ਪਰਿਪੱਕਤਾ ਹੈ ਕਿ ਆਪਣੀ ਹਾਈਟ ਕਿਸ ਹੱਦ ਤੱਕ ਵੱਧ ਸਕਦੀ ਹੈ। ਸਮਝ ਗਏ। ਇਹ ਕੀ ਹੈ, ਹੈਰੀਡੇਟਰੀ ਫੈਕਟਰਸ ਹੈ। ਕਲੀਅਰ ਹੋ ਗਿਆ। ਇਹ ਅੰਦਰੂਨੀ ਹੁੰਦਾ ਹੈ, ਇਹ ਆਪਾਂ ਨੂੰ ਵੰਸ਼ ਤੋਂ ਮਿਲਦੀਆਂ ਨੇ ਇਹ ਚੀਜ਼ਾਂ। ਲੇਕਿਨ ਲਰਨਿੰਗ ਕੀ ਹੈ, ਐਕਵਾਇਰਡ ਹੈ, ਇਹਨੂੰ ਸਿੱਖਿਆ ਜਾ ਸਕਦਾ ਹੈ। ਇਹ ਜਿਹੜੀ ਆਪਾਂ ਵਾਤਾਵਰਨ ਤੋਂ ਅਰਜਿਤ ਕਰਦੇ ਹਾਂ, ਕੁਕਿੰਗ, ਡਾਂਸਿੰਗ ਤੁਸੀਂ ਸਿੱਖੀ, ਡਰਾਈਵਿੰਗ ਸਿੱਖੀ, ਇਹ ਕੀ ਹੈ, ਅਰਜਿਤ ਕੀਤੀ ਜਾਂਦੀ ਹੈ। ਸਿੱਖਣਾ ਕੀ ਹੈ, ਅਰਜਿਤ ਕਰਨਾ ਹੈ। ਕਲੀਅਰ ਹੋਇਆ। ਐਕਵਾਇਰ ਤੇ ਇਨਨੇਟ ਦਾ ਮੀਨਿੰਗ। ਨੈਕਸਟ ਦੇਖੋ, ਸਟਰਕਚਰਲ ਡਿਵੈਲਪਮੈਂਟ। ਇਹ ਕੀ ਹੋਏਗੀ ਵੀ, ਸੰਰਚਨਾਤਮਕ ਵਿਕਾਸ ਹੋਏਗਾ। ਸਰੀਰ ਦੀ ਸੰਰਚਨਾ ਵਿਕਸਿਤ ਹੋ ਰਹੀ ਹੈ। ਬੋਡੀ ਦੇ ਅੰਗ ਜਿਹੜੇ ਸੀਗੇ, ਜਦੋਂ ਬੱਚਾ ਬਰਥ ਲੈਂਦਾ 3 ਕਿਲੋ ਦਾ ਹੁੰਦਾ ਹੈ, 2 ਸਾਲ ਦਾ ਜਦੋਂ ਹੋ ਜਾਏਗਾ ਤਾਂ 6-7 ਕਿਲੋ ਦਾ ਹੋ ਜਾਏਗਾ। ਸਮਝ ਗਏ। ਯਾਨੀ 10 kg ਦੇ ਕਰੀਬ ਚਲਾ ਜਾਂਦਾ ਹੈ। ਜਿਵੇਂ ਜਿਵੇਂ ਏਜ ਵੱਧਦੀ ਹੈ ਤਾਂ ਉਹਦਾ weight ਵੀ ਇਨਕਰੀਜ਼ ਹੁੰਦਾ ਜਾਂਦਾ ਹੈ। ਬੋਡੀ ਦੇ ਅੰਗ ਵਿਕਸਿਤ ਹੁੰਦੇ ਜਾਂਦੇ ਨੇ, ਬੋਨਸ ਡਿਵੈਲਪ ਹੋ ਰਹੀਆਂ ਨੇ, ਇੰਟਰਨਲ ਆਰਗਨਸ ਡਿਵੈਲਪ ਹੋ ਰਹੇ ਨੇ।
संरचना जिहड़ी है शरीर की विकसित हो रही है। पता लग गया संरचनात्मक विकास। एक ही हुंदी है फंक्शनल डेवलपमेंट, यानी आपां की कर रहे हैं फंक्शन बैटर करन लग गए। पहले जिवें आपां ड्राइविंग सीखी सी उन्ना बैटर नहीं चला पाते सी, जिवें जिवें आपां दी लर्निंग हुंदी जाएगी, एक्सपीरियंस मिलते जाएंगे। पहला सिर्फ आदे नेबर दे विच चलाते सी, हुण रोड ते भी चला लैंदे आ, मार्केट च भी चला लैंदे आ। फंक्शनल डेवलपमेंट हो रही है, फंक्शन बैटर हो रहा अपना, समझ के। जिवें जिवें अपने शरीर की संरचना विकसित होएगी, पहले आपां घट वेट उठा पाते सी, हुण ज़्यादा उठा पा रहे हैं। फंक्शनल डेवलपमेंट है। पता लगा फंक्शनल डेवलपमेंट केड़ी हुंदी है? फंक्शन अपने जिहड़ी बॉडी है वो फंक्शन पहले तो ज़्यादा करन लग जाती है। क्रियात्मक योग्यता, क्रियात्मक विकास अपना पहले तो वध हो जाता है, क्रियाशीलता अपने च ज़्यादा आ जाती है। समझ गए? यानी जिन्ना आपां पहले कर सकते सी उस तो बैटर परफॉर्म करते हैं। नैक्सट इहदे विच किसी ट्रेनिंग की लोड़ नहीं है। जो बच्चे ने बई डिवेलप होना है उन्हें आदे आप जिहड़ा है इनफेंसी तो चाइल्डहुड तो एडोलसेंस चले ही जाना है। तुसी ये नहीं तुसी ट्रेन करोगे तां जाएगा, एज के नाल नाल उनकी अगली जिहड़ी स्टेज है वो स्टार्ट हो जाएगी। लेकिन इत्थे की है ट्रेनिंग की लोड़ है। जो भी आपां सिखाना उनके लिए आपां नूं उन्हां नूं ट्रेनिंग देनी पैंदी है। जे मैं तुहानूं कहां कि बच्चे कार चलानी है कल तो, जे तुहानूं नहीं आती तुसीं नहीं चला सकते, समझ गए? उनके लिए तुहानूं पहले ट्रेनिंग लैनी पेगी। जे आपां कोई डिश कॉम्पीटिशन रख दिए भी आ डिश बना के लैके आनी है, तो उनके च की चीज़ है भी तुसीं घर जाओगे मदर तो ट्रेनिंग लोगे, तो सीखना की है इहदे च ट्रेनिंग की लोड़ पैंदी है। ट्रेनिंग नाल सीखिया जा सकता है, लेकिन इहदे च ट्रेनिंग की कोई जरूरत नहीं है। मैच्योरिटी एज वाइज अपने आप आती जाएगी। फिर इहदे च किसी प्रैक्टिस की भी लोड़ नहीं पैंदी, अभ्यास की भी लोड़ नहीं पैंदी। ये नहीं भी जे आपां एक स्टेज तो दूजी स्टेज च गए हाँ तो उनकी प्रैक्टिस करांगे तां ही वो चीज़ परमानेंट होएगी। इहदे च किसी अभ्यास की लोड़ नहीं है कि इनफेंसी तो जे आपां चाइल्डहुड स्टेज च गए तो उनकी कोई प्रैक्टिस करनी पेगी आपां नूं, कोई अभ्यास की जरूरत नहीं है। उस स्टेज च आपां पहुंच गए हैं, लेकिन इत्थे जो भी सीखिया है जो उनकी प्रैक्टिस नहीं करते तो भुल जाते हैं। समझ गए? जिवें मैं तुहानूं आदि एग्जाम्पल देवां, एक टाइम ते मैं कंप्यूटर बहुत अच्छा वर्क करिया होया कंप्यूटर ते, मतलब मैं एमएड दे विच थीसिस हुंदा, पूरी बुक लिखनी हुंदी है, प्रिंट करनी हुंदी है। मैं आपदे घर कंप्यूटर ते सारा आप टाइप करिया सी, सारा कुछ आंदा सी। लेकिन की होया मैरिज तो बाद इधर कंप्यूटर नहीं सी, इन लॉज कर 12-13 साल हो गए टच ही नहीं करिया। हुण मैनूं लगदा मैं बिल्कुल फॉरगेट हो गया मेरे माइंड च। लर्निंग किवें रहेगी परमानेंट? जे आपां उहदी प्रैक्टिस करांगे। जो भी चीज़ आपां सीखी है जे आपां एक बार सीख के उन्होंने छड्डती तो वो फिर आपां भुल जाते हैं। क्लीयर होई है चीज़? लर्निंग दे विच प्रैक्टिस चाहिए है, लेकिन इत्थे प्रैक्टिस नहीं चाहिए भी एक तो दूजी स्टेज च गए सी तो आपां कुछ भुल जाएंगे। जिहड़ियां उस स्टेज दी विशेषतावां ने अपने आप आउणगियां। एडोलसेंस एज च जाने आ, बॉडी की शेप किवें चेंज होनी है वो आपदे आप हो रही है। समझ गए? किहड़े-किहड़े जिहड़ियां अपने च चेंजिस आनियां ने वो आपदे आप हुंदियां ने। नैक्सट की है ये रेशियल प्रोसैस है। रेशियल का मतलब की होंदा है जाति। समझ गए? रेशियल का मतलब की होंदा है जातिगत प्रक्रिया है, यानी सारिਆਂ ਦੇ ਵਿੱਚ सेम होएगी। बच्चे हरेक बच्चा पहले किहड़ी स्टेज आता है? इनफेंसी, शिशु अवस्था, फिर चाइल्डहुड बाल अवस्था, फिर किधर जाएगा एडोलसेंस किशोरावस्था, उस तो बाद आप किधर जाने अडल्ट स्टेज दे विच। तो एक सेम प्रक्रिया एक सेम पैटर्न फॉलो होएगा, लेकिन लर्निंग की एक व्यक्तिगत प्रक्रिया है। समझ गए? कोई बच्चा जल्दी सीखता है, कोई हौली सीखता है, किसी को सिर्फ हिंट ही दो वो सीख लैंदा है। समझ गए? किसी को आपां नूं दोबारा भी दसना पैंदा है। तो ये की है एक व्यक्तिगत प्रक्रिया है, सारे बच्चे सेम स्पीड नाल नहीं सीखते। क्लीयर हुई है चीज़? ये परसन टू परसन वैरी करेगा कि बच्चा किस तरह सीखता है। नैक्सट की है कॉन्टीन्यूस है। मैचुरेशन जिहड़ी है वो की है बई निरंतर आदे आप होंदी रहिंदी है, कोई आपां नूं एफर्ट्स नहीं करनियां पैंदियां ज़्यादा। जे हुण आपां कहीए 6 महीने का बच्चा हुंदा वो बैठण लग जाता है, साल का हुंदा वो चलण लग जाता है। समझ गए? अपने आप उहदे च सारियां चीज़ां हो रही ने। सारे बच्चे यही पैटर्न फॉलो करते हैं, सेम तरीके दे नाल ग्रो हुंदे ने। लेकिन लर्निंग दे विच आपां एक की कहा सी, ये व्यक्तिगत है, सारे बच्चे सेम तरीके नाल नहीं सीखते, कोई जल्दी सीखता है, कोई हौली सीखता है। दूजी गल है कि ये लगातार नहीं है, सीखना लगातार नहीं हुंदा। समझ गए? विचों किते ना किते की हुंदियां ने रुकावटां भी आंदियां ने।
ਕਿਤੇ ਨਾ ਕਿਤੇ ਬੈਰੀਅਰਸ ਆਉਂਦੇ ਨੇ, ਰੁਕਾਵਟਾਂ ਆ ਜਾਂਦੀਆਂ ਨੇ। ਜਦੋਂ ਆਪਾਂ ਕਰਾਂਗੇ ਨਾ ਲਰਨਿੰਗ ਦਾ ਪ੍ਰੋਸੈਸ ਕਰਾਂਗੇ, ਇਹਦੇ ਚ ਆਪਾਂ ਇਹ ਚੀਜ਼ ਕਰਾਂਗੇ ਵੀ ਰੁਕਾਵਟਾਂ ਵੀ ਆਉਂਦੀਆਂ ਨੇ ਜਦੋਂ ਆਪਾਂ ਸਿੱਖਦੇ ਹਾਂ। ਇਹ ਨਹੀਂ ਹੁੰਦਾ ਸਿੱਖਣਾ ਇੱਕ ਸਮੂਥ ਚੱਲਦਾ ਰਹਿੰਦਾ ਹੈ। ਜਿਵੇਂ ਬਈ ਪਹਿਲੀ ਵਾਰੀ ਆਪਾਂ ਡਰਾਈਵਿੰਗ ਸਿੱਖੀ ਹੋਏਗੀ, ਆਪਾਂ ਗਿਰੇ ਵੀ ਹੋਵਾਂਗੇ, ਉਹ ਵੀ ਕੀ ਇੱਕ ਬੈਰੀਅਰ ਹੈ। ਕਈ ਬੱਚੇ ਕੀ ਕਰਦੇ ਨੇ, ਉਸ ਬੈਰੀਅਰ ਨੂੰ ਓਵਰਕਮ ਕਰਦੇ ਨੇ, ਸਿੱਖ ਲੈਂਦੇ ਨੇ। ਕਈ ਕੀ ਕਰਦੇ ਨੇ, ਡਰ ਜਾਂਦੇ ਨੇ, ਦੁਬਾਰਾ ਉਸ ਵਹੀਕਲ ਨੂੰ ਟੱਚ ਹੀ ਨਹੀਂ ਕਰਦੇ। ਸਮਝ ਗਏ? ਤੇ ਜੇ ਤਾਂ ਤੁਸੀਂ ਬੈਰੀਅਰ ਨੂੰ ਟੱਪ ਗਏ ਤਾਂ ਤੁਸੀਂ ਆਦੇ ਗੋਲ ਨੂੰ ਅਚੀਵ ਕਰ ਲਓਗੇ। ਜੇ ਬੈਰੀਅਰ ਨੇ ਤੁਹਾਡੇ ਲਈ ਰੁਕਾਵਟ ਖੜੀ ਕਰਤੀ ਤਾਂ ਤੁਸੀਂ ਪਿੱਛੇ ਹਟ ਜਾਂਦੇ ਹੋ। ਹਾਂਜੀ, ਕਲੀਅਰ ਹੋਈ ਇਹ ਚੀਜ਼? ਇਹ ਤਾਂ ਆਪਦੇ ਆਪ ਚੱਲਦਾ ਰਹੇਗਾ, ਇੱਕ ਤੋਂ ਦੂਜੀ ਸਟੇਜ 'ਚ ਆਪੇ ਪਹੁੰਚੀ ਜਾ ਰਹੇ ਹਾਂ ਆਪਾਂ। ਚਾਹੇ ਕੁਝ ਵੀ ਨਾ ਕਰੀਏ, ਆਉਣ ਵਾਲੀ ਸਟੇਜ ਆਪਾਂ ਨੂੰ ਪਤਾ ਐਡੋਲਸੈਂਸ ਤੋਂ ਬਾਅਦ ਅਡਲਟ ਹੋਏਗੀ, ਉਸ ਤੋਂ ਬਾਅਦ 올ਡ ਏਜ ਹੋਏਗੀ। ਐਫਰਟਸ ਨਾ ਵੀ ਕਰੀਏ ਤਾਂ ਵੀ ਪਹੁੰਚ ਜਾਾਂਗੇ। ਲੇਕਿਨ ਇਹ ਕੀ, ਇਹਦੇ ਲਈ ਐਫਰਟਸ ਕਰਨੇ ਪੈਂਦੇ ਨੇ। ਸਮਝ ਗਏ? ਇਹ ਨਹੀਂ ਸਿੱਖਣਾ ਨੇ ਆਪਦੇ ਆਪ ਚੱਲੀ ਜਾਏਗਾ। ਉਹਦੇ ਲਈ ਆਪਾਂ ਨੂੰ ਕੀ ਹੈ, ਪ੍ਰਯਾਸ ਕਰਨੇ ਪੈਂਦੇ ਨੇ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਜੇ ਆਪਾਂ ਬਈ ਸਕਰੀਏ ਹੋਵਾਂਗੇ, ਕੰਸਨਟ੍ਰੇਸ਼ਨ ਹੋਏਗੀ, ਐਕਟਿਵ ਹੋਵਾਂਗੇ ਤਾਂ ਹੀ ਸਿੱਖ ਪਾਵਾਂਗੇ। ਜੇ ਕਲਾਸ ਦੇ ਵਿੱਚ ਪੈਸਿਵ ਬੈਠੇ ਰਵਾਂਗੇ, ਧਿਆਨ ਨਹੀਂ ਦੇਵਾਂਗੇ ਤਾਂ ਕੁਝ ਨਹੀਂ ਸਿੱਖ ਪਾਵਾਂਗੇ। ਹਾਂਜੀ, ਕਲੀਅਰ ਹੋਈ ਇਹ ਚੀਜ਼? ਹੋਰ ਕੀ ਹੈ ਕਹਿੰਦੇ, ਇਹਦੇ ਵਿੱਚ ਬੱਚੇ ਕੀ ਕਰਦੇ ਨੇ, ਹੋਮੋਜੀਨੀਅਸ ਦਾ ਮਤਲਬ ਕੀ ਹੁੰਦਾ, ਸਮਰੂਪ, ਇੱਕੋ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਦੇ ਨੇ। ਸਮਝ ਗਏ? ਸਾਰੇ ਬੱਚੇ ਸੇਮ ਏਜ ਦੇ ਵਿੱਚ ਬੋਲਣਾ ਸਿੱਖਦੇ ਨੇ, ਸੇਮ ਏਜ ਦੇ ਵਿੱਚ ਚੱਲਣਾ ਸਿੱਖਦੇ ਨੇ, ਸੇਮ ਤਰੀਕੇ ਨਾਲ ਉੱਠਣਾ, ਬੈਠਣਾ, ਬਿਹੇਵ ਕਰਨਾ ਸਿੱਖਦੇ ਨੇ। ਸਮਝ ਗਏ? ਕਲੀਅਰ ਹੋਈ ਇਹ ਚੀਜ਼? ਲੇਕਿਨ ਜਦੋਂ ਵੀ ਆਪਾਂ ਸਿੱਖਦੇ ਆ ਨਾ ਬੱਚੇ, ਸਿੱਖਣ ਦੇ ਵਿੱਚ ਜਿਹੜਾ ਆਪਾਂ ਕੀ ਕਹਿ ਸਕਦੇ ਆ, ਆਪਣਾ ਜਿਹੜਾ ਬਿਹੇਵੀਅਰ ਹੈ ਹੈਟਰੋਜੀਨਸ ਦਾ ਮਤਲਬ ਕੀ ਹੁੰਦਾ ਹੈ, ਵੱਖਰਾ ਵੱਖਰਾ, ਜਿਹਨੂੰ ਆਪਾਂ ਸਮਰੂਪ ਨਹੀਂ ਕਹਿ ਸਕਦੇ, ਵਿਸ਼ਮ ਕਹਿ ਸਕਦੇ ਹੋ। ਸਮਝ ਗਏ? ਹਿੰਦੀ ਵਿੱਚ, ਪੰਜਾਬੀ ਚ ਬੋਲ ਸਕਦੇ ਆ ਵੀ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਹੈ ਬੱਚੇ ਦਾ ਸਿੱਖਣ ਤੋਂ ਬਾਅਦ ਹੁੰਦਾ ਹੈ। ਤਾਂ ਬੱਚਾ ਸੇਮ ਤਰੀਕੇ ਦੇ ਨਾਲ ਬਿਹੇਵ ਨਹੀਂ ਕਰਦਾ। ਇਹਦੇ ਵਿੱਚ ਕੀ ਚੀਜ਼ ਹੈ ਕਿ ਜਦੋਂ ਵੀ ਬੱਚੇ ਆਪਾਂ ਸਿੱਖਦੇ ਆ, ਜਿਵੇਂ ਮੈਂ ਤੁਹਾਨੂੰ ਕਿਹਾ, ਕਿਸੇ ਨੇ ਹੌਲੀ ਸਿੱਖਿਆ, ਕਿਸੇ ਨੇ ਤੇਜ਼ੀ ਨਾਲ ਸਿੱਖ ਲਿਆ। ਹੁਣ ਮੰਨ ਲਓ ਮੈਂ ਕਲਾਸ 'ਚ ਕੋਈ ਮੈਥ ਦੀ ਐਕਸਰਸਾਈਜ਼ ਕਰਾਣੀ ਸੀ, ਇੱਕ ਐਗਜ਼ਾਮਪਲ ਸੋਲਵ ਕਰਾਈ, ਕੋਈ ਬੱਚਾ ਪੂਰੀ ਦੀ ਪੂਰੀ ਐਕਸਰਸਾਈਜ਼ ਸੋਲਵ ਕਰਕੇ ਲੈ ਆਏਗਾ, ਕੋਈ 2-4 ਸਮ ਸੋਲਵ ਕਰ ਪਾਏਗਾ। ਤਾਂ ਸਿੱਖਣ ਦੇ ਵਿੱਚ ਕੀ ਹਰੇਕ ਬੱਚਾ ਦਾ ਅਲੱਗ-ਅਲੱਗ ਬਿਹੇਵ ਸ਼ੋ ਕਰਦਾ ਹੈ। ਜਿਵੇਂ ਆਪਾਂ ਲੈ ਲੈਂਦੇ ਹਾਂ, ਕੋਈ ਤੁਸੀਂ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ, 2 ਫਰੈਂਡਸ ਨੇ ਇਕੱਠੇ ਸਿੱਖਣੀ ਸ਼ੁਰੂ ਕੀਤੀ, ਕਿਸੇ ਨੂੰ ਬਹੁਤ ਬੈਟਰ ਆ ਗਈ, ਕੋਈ ਹਜੇ ਡਰਦਾ ਹੈ ਚਲਾਉਂਦੇ ਹੋਏ। ਚਾਹੇ ਆਪਾਂ ਕੰਪਿਊਟਰ ਸਿੱਖਣਾ, ਟਾਈਪਿੰਗ ਸਿੱਖਣੀ ਲੈ ਸਕਦੇ ਹਾਂ। ਸਮਝ ਗਏ? ਤੇ ਇਹਦੇ ਵਿੱਚ ਜਿਹੜਾ ਬਿਹੇਵੀਅਰ ਹੈ ਬੱਚੇ ਦਾ ਅਲੱਗ-ਅਲੱਗ ਸ਼ੋ ਹੋਏਗਾ। ਇਹ ਨਹੀਂ ਹੋਏਗਾ ਕਿ ਸਾਰੇ ਬੱਚੇ ਸੇਮ ਗਤੀ ਨਾਲ ਸਿੱਖਣਗੇ ਤੇ ਸੇਮ ਬਿਹੇਵੀਅਰ ਸ਼ੋ ਕਰਨਗੇ। ਜਿਵੇਂ ਮੈਂ ਸਿਖਾਵਾਂ, ਮੈਂ ਤੁਹਾਡੇ ਟੈਸਟ ਲਾ, ਹਰੇਕ ਬੱਚੇ ਦੇ ਅਲੱਗ-ਅਲੱਗ ਮਾਰਕਸ ਆਉਣਗੇ। ਕਲੀਅਰ ਹੋਈ ਇਹ ਚੀਜ਼? ਬੱਚੇ ਦਾ ਬਿਹੇਵੀਅਰ ਸਿੱਖਣ ਤੋਂ ਬਾਅਦ ਕੀ ਹੁੰਦਾ ਹੈ, ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ। ਕਿੰਨੇ ਕਿੰਨਾ ਸਿੱਖਿਆ, ਸਮਝ ਗਏ? ਜਿੰਨਾ ਸਿੱਖੇਗਾ ਉਹਦੇ ਬਿਹੇਵੀਅਰ 'ਚ ਓਨੀ ਚੇਂਜ ਆਏਗੀ। ਲੇਕਿਨ ਇੱਥੇ ਕੀ ਹੁੰਦਾ, ਸੇਮ ਬਿਹੇਵੀਅਰ ਸ਼ੋ ਕਰਦੇ ਨੇ ਬੱਚੇ, ਸੇਮ ਤਰੀਕੇ ਨਾਲ ਉੱਠਣਾ, ਬੈਠਣਾ। ਸਮਝ ਗਏ? ਜੋ ਬੋਡੀ ਦੀਆਂ ਉਹਨਾਂ ਦੀਆਂ ਡਿਵੈਲਪਮੈਂਟ ਹੁੰਦੀਆਂ ਨੇ, ਸੇਮ ਏਜ ਦੇ ਵਿੱਚ ਟੀਥ ਨਿਕਾਲਣਾ, ਇੱਥੇ ਸਮਰੂਪ ਪੈਟਰਨ ਜਿਹੜਾ ਹੈ ਫੋਲੋ ਹੁੰਦਾ ਹੈ। ਸਮਝ ਗਏ? ਕਲੀਅਰ ਹੈ ਪੁਆਇੰਟ? ਨੈਕਸਟ ਕੀ ਹੈ, ਨੋਟ ਡਿਪੈਂਡਸ ਔਨ ਲਰਨਿੰਗ। ਮੈਚੂਰੇਸ਼ਨ ਜਿਹੜੀ ਆ ਚੀਜ਼ ਬਹੁਤ ਇੰਪੋਰਟੈਂਟ ਹੈ, ਇਹਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜੀ ਪਰਿਪੱਕਤਾ ਹੈ ਨਾ, ਉਹਦੇ ਲਈ ਸਿਖਲਾਈ ਦੀ ਕੋਈ ਲੋੜ ਨਹੀਂ ਹੁੰਦੀ। ਇਹ ਸਿੱਖਣ ਦੇ ਉੱਪਰ ਨਿਰਭਰ ਨਹੀਂ ਕਰਦੀ ਵੀ ਜੇ ਆਪਾਂ ਬੱਚੇ ਨੂੰ ਸਿਖਾਵਾਂਗੇ ਤਾਂ ਹੀ ਉਹ ਅਗਲੀ ਸਟੇਜ 'ਚ ਜਾਏਗਾ। ਜੇ ਆਪਾਂ ਨਹੀਂ ਵੀ ਸਿਖਾਵਾਂਗੇ, ਮੈਂ ਤੁਹਾਨੂੰ ਕਿਹਾ ਤੁਸੀਂ ਨਾ ਵੀ ਸਿੱਖੋ, ਤੁਹਾਡੇ ਤੇ ਆਪਦੇ ਆਪ ਉਹ ਚੇਂਜਸ ਆਉਣ ਲੱਗ ਜਾਣਗੀਆਂ। ਬੱਚਾ ਸੋਚੇ ਮੈਂ ਚਾਈਲਡਹੁੱਡ 'ਚ ਹੀ ਰਹਿਣਾ ਜੀ, ਮੈਂ ਐਡੋਲਸੈਂਸ 'ਚ ਜਾਣਾ ਨਹੀਂ, ਪੋਸੀਬਲ ਹੀ ਨਹੀਂ ਹੈ। ਏਜ ਦੇ ਨਾਲ ਆਪਣੇ ਆਪ ਬੋਡੀ 'ਚੋਂ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਪਾਂ ਸੋਚੀਏ ਵੀ ਐਡੋਲਸੈਂਸ ਏਜ 'ਚ ਹੀ ਜਾ ਰਹੀਏ, ਅਡਲਟ 'ਚ ਜਾਈਏ ਹੀ ਨਾ, ਪੋਸੀਬਲ ਹੀ ਨਹੀਂਗਾ। ਜੇ ਤੁਸੀਂ ਸੋਚੋ ਵੀ ਅਡਲਟ ਤੋਂ ਬਾਅਦ ਮੇਰੀ 올ਡ ਏਜ ਨਾ ਆਏਗੀ, ਨਹੀਂ ਰੋਕ ਸਕਦੇ। ਕਲੀਅਰ ਹੈ ਚੀਜ਼? ਇਹ ਕਹਿੰਦੇ ਸਿੱਖਣ ਦੇ ਉੱਪਰ ਨਿਰਭਰ ਨਹੀਂ ਕਰਦੀ। ਇਹ ਨਹੀਂ ਵੀ ਆਪਾਂ ਸਿੱਖਾਂਗੇ ਤਾਂ ਅਗਲੀ ਸਟੇਜ 'ਤੇ ਜਾਵਾਂਗੇ। ਇੱਕ ਨੈਚੁਰਲ ਪ੍ਰੋਸੈਸ ਹੈ, ਆਪਦੇ ਆਪ ਚੱਲਦਾ ਰਹਿੰਦਾ ਹੈ। ਤੁਹਾਡੀ ਬੋਡੀ ਦੀ ਜੋ ਡਿਵੈਲਪਮੈਂਟ ਹੈ ਉਹ ਆਪਦੇ ਆਪ ਹੋਣੀ ਹੈ। ਟਾਈਮ ਨਾਲ ਇਹ ਟੀਥ ਨਿਕਲਣੇ ਨੇ, 올ਡ ਏਜ ਦੇ ਵਿੱਚ ਜਾ ਕੇ ਟੀਥ ਗਿਰਨੇ ਵੀ ਨੇ। ਸਮਝ ਗਏ? ਹੇਅਰ ਜਿਹੜੇ ਨੇ ਵਾਈਟ ਵੀ ਹੋਣੇ ਨੇ, ਸਾਰੀਆਂ ਚੇਂਜਸ ਹੋਣੀਆਂ ਨੇ। ਤਾਂ ਇਹ ਕੀ ਹੈ, ਇਹਦੇ ਲਈ ਕੋਈ ਸਿਖਲਾਈ ਦੀ ਲੋੜ ਨਹੀਂ ਪੈਂਦੀ। ਲੇਕਿਨ ਜੇ ਆਪਾਂ ਮੈਚੂਰੇਸ਼ਨ ਦੀ ਗੱਲ ਕਰੀਏ ਲਰਨਿੰਗ ਦੀ, ਤਾਂ ਲਰਨਿੰਗ ਦੇ ਲਈ ਜਿਹੜੀ ਹੈ ਲਰਨਿੰਗ ਮੈਚੂਰੇਸ਼ਨ ਤੇ ਨਿਰਭਰ ਕਰਦੀ ਹੈ। ਕਲੀਅਰ ਹੋਈ ਇਹ ਚੀਜ਼? ਸਿੱਖਣਾ ਜਿਹੜਾ ਹੈ ਪਰਿਪੱਕਤਾ ਤੇ ਨਿਰਭਰ ਕਰਦਾ ਹੈ। ਕਿਵੇਂ ਮੈਂ ਤੁਹਾਨੂੰ ਕਿਹਾ ਸੀ, ਜੰਮਦੇ ਬੱਚੇ ਨੂੰ ਕਹੋ ਮੈਂ ਬੋਲਣਾ ਸਿਖਾਣਾ ਹੈ, ਸਿੱਖ ਹੀ ਨਹੀਂ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਲੱਗੇ ਰਹੋ, ਸਾਰਾ ਦਿਨ ਲੱਗੇ ਰਹੋ ਉਹਦੇ ਨਾਲ। ਜਦੋਂ ਉਹਦੀ ਬੱਚੇ ਏਜ ਆਏਗੀ ਉਸ ਸਟੇਜ ਦੀ, ਉਦੋਂ ਹੀ ਉਹ ਸਿੱਖ ਪਾਏਗਾ।
2 ਸਾਲ ਦਾ ਹੋਏਗਾ ਉਦੋਂ ਹੀ ਲੈਂਗੁਏਜ ਸਿੱਖੇਗਾ। ਜੇ ਤੁਸੀਂ ਜੰਮਦੇ ਬੱਚੇ ਨੂੰ ਕਹਿ ਦੋ ਮੈਂ ਚੱਲਣਾ ਸਿਖਾਣਾ ਹੈ, ਪੋਸੀਬਲ ਹੀ ਨਹੀਂ, ਚੱਲ ਹੀ ਨਹੀਂ ਸਕਦਾ, ਸਾਲ ਤੋਂ ਬਾਅਦ ਹੀ ਚੱਲਣਾ ਸਿੱਖੇਗਾ। ਤਾਂ ਇਹਦੇ ਵਿੱਚ ਮੈਚੂਰੇਸ਼ਨ ਜ਼ਰੂਰੀ ਹੈ। ਜੇ ਆਪਾਂ ਕੁਝ ਸਿਖਾਣਾ ਹੈ ਤਾਂ ਉਹਦੇ ਲਈ ਬੱਚੇ ਦੇ ਵਿੱਚ ਉਹ ਪਰਿਪੱਕਤਾ ਹੋਣੀ ਚਾਹੀਦੀ ਹੈ। ਉਹ ਜੋ ਚੀਜ਼ ਆਪਾਂ ਸਿਖਾਣੀ ਹੈ ਉਹ ਮੈਚੁਰਿਟੀ ਲੈਵਲ ਉਹਦੇ 'ਚ ਹੋਣਾ ਚਾਹੀਦਾ, ਤਾਂ ਹੀ ਸਿਖਾ ਪਾਵਾਂਗੇ। ਜੰਮਦੇ ਬੱਚੇ ਨੂੰ ਪਿਆਜ਼ੇ ਸਮਝਾਉਣ ਲੱਗ ਜੀ, ਨਹੀਂ ਸਮਝ ਆਣੀ। ਕਲੀਅਰ ਹੋਈ ਇਹ ਚੀਜ਼ ਕਿ ਸਿੱਖਣਾ ਜਿਹੜਾ ਮੈਚੂਰੇਸ਼ਨ ਤੇ ਨਿਰਭਰ ਕਰਦਾ ਹੈ। ਬੱਚਾ ਮੈਚੁਰ ਹੋਏਗਾ ਤਾਂ ਹੀ ਸਿਖਾ ਪਾਵਾਂਗੇ, ਤੇ ਜਿਹੜਾ ਮੈਚੂਰੇਸ਼ਨ ਹੈ ਉਹ ਲਰਨਿੰਗ ਤੇ ਡਿਪੈਂਡ ਨਹੀਂ ਕਰਦੀ। ਸਮਝ ਗਏ? ਜੇ ਆਪਾਂ ਬੱਚੇ 'ਚ ਮੈਚੂਰੇਸ਼ਨ ਲਿਆਣੀ ਹੈ ਤੇ ਇਹ ਨਹੀਂ ਉਹਨੂੰ ਕੁਝ ਸਿਖਾਉਣਾ ਪਏਗਾ, ਆਪਣੇ ਆਪ ਮੈਚੁਰਿਟੀ ਆ ਰਹੀ ਹੈ ਤੁਹਾਡੇ 'ਚ। ਇਹ ਕਲੀਅਰ ਹੋਇਆ? ਇੱਕ ਆ ਵੀ ਚੀਜ਼ ਹੈ ਬੜੀ ਇੰਪੋਰਟੈਂਟ, ਪ੍ਰੋਸੈਸ ਆਫ ਲਰਨਿੰਗ। ਆਪਾਂ ਕਿਵੇਂ ਸਿੱਖਦੇ ਹਾਂ? ਪਹਿਲਾਂ ਆਪਣੇ 'ਚ ਜ਼ਰੂਰਤ ਖੜੀ ਹੁੰਦੀ ਹੈ ਬਈ, ਤੁਹਾਡੇ ਸਾਰਿਆਂ 'ਚ ਕੀ ਆਈ? ਇੱਕ ਨੀਡ ਆਈ ਕਿ ਮੈਂ ਟੀਚਰ ਬਣਨਾ ਹੈ। ਸਮਝ ਗਏ? ਫਿਰ ਉਸ ਤੋਂ ਬਾਅਦ ਆਪਣੇ 'ਚ ਡਰਾਈਵ ਹੁੰਦੀ ਹੈ। ਡਰਾਈਵ ਨੂੰ ਕੀ ਕਹਿੰਦੇ ਨੇ? ਚਾਲਕ ਸ਼ਕਤੀ, ਜਿਹੜੀ ਆਪਾਂ ਨੂੰ ਲੈ ਕੇ ਜਾਂਦੀ ਆਪਦੇ ਗੋਲ ਦੇ ਵੱਲ। ਜੋ ਤੁਸੀਂ ਬੀਐਡ ਦਾ ਕੋਰਸ ਚੁਣ ਲਿਆ, ਸਮਝ ਗਏ? ਜ਼ਰੂਰਤ ਕੀ ਸੀਗੀ? ਟੀਚਰ ਬਣਨਾ ਹੈ, ਗਵਰਨਮੈਂਟ ਜੋਬ ਲੈਣੀ ਹੈ। ਫਿਰ ਕੀ ਆਈ? ਇੱਕ ਡਰਾਈਵ, ਜਿਹੜੀ ਜਿੰਨੇ ਆਪਾਂ ਨੂੰ ਪ੍ਰੇਰਿਤ ਕੀਤਾ, ਜਿਹੜੀ ਆਪਾਂ ਨੂੰ ਚਲਾ ਰਹੀ ਹੈ ਕਿ ਚੱਲੋ ਇਸ ਗੋਲ ਦੇ ਉੱਪਰ। ਤਾਂ ਆਪਾਂ ਕੀ ਚੁਣ ਲਿਆ? ਬੀਐਡ ਦਾ ਕੋਰਸ ਚੁਣ ਲਿਆ, ਉਹ ਕਰ ਰਹੇ ਆ। ਫਿਰ ਜੇ ਹੁਣ ਮੰਨ ਲਓ ਆਪਾਂ ਇੱਥੇ ਅੱਛੇ ਕੋਰਸ ਆਪਦਾ ਕਰ ਲੈਂਦੇ ਆ, ਕੰਪਲੀਟ ਡਿਗਰੀ ਮਿਲ ਜਾਂਦੀ ਹੈ ਇੱਥੇ, ਆਪਾਂ ਮੰਨ ਲਓ ਤੁਸੀਂ ਨਾਲ ਨਾਲ ਟੈਟ ਕਰ ਲੈਂਦੇ ਹੋ, ਇੱਥੇ ਤੁਹਾਡਾ ਕੀ ਹੋਏਗਾ? ਗੋਲ ਅਚੀਵ ਹੋ ਜਾਏਗਾ, ਟੀਚਰ ਬਣ ਜਾਓਗੇ। ਫਿਰ ਨਵੀਂ ਨੀਡ ਪੈਦਾ ਹੋ ਜਾਏਗੀ ਲਾਈਫ ਦੇ ਵਿੱਚ। ਐਵੇਂ ਇਹ ਸਾਈਕਲ ਚੱਲਦਾ ਰਹਿੰਦਾ ਹੈ। ਜਿਵੇਂ ਮੰਨ ਲਓ ਆਪਾਂ ਨੂੰ ਨੀਡ ਜ਼ਰੂਰਤ ਹੈ ਵੀ ਭੁੱਖ ਲੱਗੀ, ਹੰਗਰ ਦੀ ਨੀਡ ਆਈ, ਫਿਰ ਉਹਨੇ ਆਪਾਂ ਨੂੰ ਡਰਾਈਵ ਦਿੱਤੀ ਕਿ ਆਪਾਂ ਕੰਟੀਨ ਤੇ ਜਾਈਏ। ਸਮਝ ਗਏ? ਟਿਫਨ ਦੇਖੀਏ, ਉੱਥੇ ਨਹੀਂ ਕੁਝ ਪਸੰਦ ਤਾਂ ਕੰਟੀਨ ਤੇ ਜਾਈਏ। ਡਰਾਈਵ ਜਿਹੜੀ ਆਪਾਂ ਨੂੰ ਚਲਾਉਂਦੀ ਹੈ। ਸਮਝ ਗਏ? ਫਿਰ ਜਿਹੜਾ ਜੇ ਆਪਾਂ ਖਾ ਲਿਆ ਉਸ ਚੀਜ਼ ਨੂੰ, ਮਿਲ ਗਈ ਆਪਾਂ ਨੂੰ ਆਦੀ ਮਨਪਸੰਦ ਚੀਜ਼, ਸੈਟੀਸਫਾਈਡ ਫੀਲ ਹੁੰਦੇ ਆ। ਇਟ ਮੀਨਸ ਇਨਸੈਂਟਿਵ। ਇਨਸੈਂਟਿਵ ਹੁੰਦਾ ਪ੍ਰੋਤਸਾਹਨ ਮਿਲਣਾ, ਆਪਾਂ ਨੂੰ ਖੁਸ਼ ਹੁੰਦੇ ਆ, ਆਪਾਂ ਮੋਟੀਵੇਟ ਹੋ ਜਾਂਦੇ ਆ। ਫਿਰ ਆਪਣਾ ਗੋਲ ਅਚੀਵ ਹੋ ਗਿਆ ਵੀ ਹੁਣ ਭੁੱਖ ਆਪਣੀ ਸ਼ਾਂਤ ਹੋ ਗਈ, ਫਿਰ ਨਵੀਂ ਜ਼ਰੂਰਤ ਖੜੀ ਹੋਏਗੀ। ਕਲੀਅਰ ਹੈ ਚੀਜ਼? ਆ ਬਹੁਤ ਹੀ ਸਿੰਪਲ ਜਿਹਾ ਟੌਪਿਕ ਹੈ, ਫੈਕਟਰ ਅਫੈਕਟਿੰਗ ਲਰਨਿੰਗ। ਇਹਨੂੰ ਦੇਖ ਲਓ, ਇਹਦੇ ਚ ਕੁਝ ਨਹੀਂ ਹੈਗਾ। ਇਹ ਕੀ ਚੀਜ਼ ਹੈ ਵੀ ਪਹਿਲੇ ਫਿਜ਼ੀਓਲੋਜੀਕਲ ਫੈਕਟਰ ਹੈ ਜਿਹੜੇ ਤੁਹਾਡੇ ਸਰੀਰਕ ਪੱਖ ਨਾਲ ਸੰਬੰਧਿਤ ਨੇ। ਫਿਜ਼ੀਕਲ ਹੈਲਥ, ਬੱਚੇ ਜੇ ਆਪਣੀ ਹੈਲਥ ਸਹੀ ਹੋਏਗੀ ਤਾਂ ਹੀ ਆਪਾਂ ਵਧੀਆ ਸਿੱਖ ਪਾਉਂਦੇ ਆ। ਜੇ ਆਪਾਂ ਨੂੰ ਕੋਈ ਬਿਮਾਰੀ ਹੈ, ਅੱਜ ਆਪਣਾ ਹੀ ਸਿਰ ਦਰਦ ਹੋ ਰਿਹਾ, ਪੇਟ ਨਹੀਂ ਸਹੀ ਹੈਗਾ, ਤਾਂ ਆਪਾਂ ਨਹੀਂ ਸਿੱਖ ਪਾਵਾਂਗੇ। ਤਾਂ ਫਿਜ਼ੀਕਲ ਹੈਲਥ ਵੀ ਸਹੀ ਹੋਣੀ ਜ਼ਰੂਰੀ ਹੈ, ਤਾਂ ਹੀ ਬੱਚੇ ਨੂੰ ਅੱਛਾ ਸਿਖਾਇਆ ਜਾ ਸਕਦਾ ਹੈ। ਫਟੀਗ, ਜਦੋਂ ਥੱਕੇ ਹੁੰਦੇ ਆ ਉਦੋਂ ਵੀ ਨਹੀਂ ਅੱਛਾ ਸਿੱਖ ਪਾਉਂਦੇ। ਫਰੈਸ਼ ਜਿਹੜੇ ਪਹਿਲੇ ਪੀਰੀਅਡ ਲੱਗਦੇ ਨੇ ਉਹਨਾਂ 'ਚ ਵਧੀਆ ਸਿੱਖਦੇ ਆ, ਰਿਸੈਸ ਤੋਂ ਬਾਅਦ ਵਾਲੇ ਜਿਹੜੇ ਹੁੰਦੇ ਨੇ ਉਹ ਤੇ ਫੈਡ ਅਪ ਹੋ ਜਾਂਦੇ ਹੋ ਤੁਸੀਂ। ਪਰਸੈਪਚੁਅਲ ਪਾਵਰ, ਪਰਸੈਪਚੁਅਲ ਪਾਵਰ ਕੀ ਹੁੰਦੀ ਹੈ? ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਕਿ ਤੁਸੀਂ ਜੇ ਬੱਚੇ ਤੁਹਾਡੇ 'ਚ ਇਹ ਹੁੰਦਾ ਕਿ ਇਹਨੂੰ ਪ੍ਰਤੱਖੀਕਰਨ ਬੋਲਦੇ ਆ ਆਪਾਂ ਹਿੰਦੀ ਦੇ ਵਿੱਚ, ਜਿਵੇਂ ਸੰਵੇਦਨਾ ਦੇ ਨਾਲ ਡੀਲ ਕਰਦੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਕਲਾਸ 'ਚ ਬੈਠੇ ਆ, ਤੁਹਾਨੂੰ ਆਵਾਜ਼ ਸੁਣਾਈ ਦਿੰਦੀ ਹੈ, ਤੁਸੀਂ ਕਹਿੰਦੇ ਹੋ ਵੀ ਐਰੋਪਲੇਨ ਜਾ ਰਿਹਾ ਜਾਂ ਬੱਦਲ ਗਰਜ ਰਹੇ ਨੇ। ਸਮਝ ਗਏ? ਤੁਹਾਡੀ ਪਰਸੈਪਸ਼ਨ ਪਾਵਰ ਜਿੰਨੀ ਚੰਗੀ ਹੋਏਗੀ ਓਨਾ ਤੁਸੀਂ ਵਧੀਆ ਸਿੱਖੋਗੇ। ਨੈਕਸਟ ਆਪਣੇ ਕੋਲ ਕੀ ਹੈ? ਡਾਈਟ। ਖਾਣਾ ਚੰਗਾ ਖਾਵਾਂਗੇ ਤਾਂ ਵਧੀਆ ਸਿੱਖਾਂਗੇ। ਜੇ ਤੁਸੀਂ ਕੰਟੀਨ ਦਾ ਖਾਣਾ ਖਾਓਗੇ, ਹੈਲਥ ਡਾਊਨ ਹੋ ਜਾਏਗੀ, ਫਿਰ ਨਹੀਂ ਅੱਛਾ ਸਿੱਖ ਪਾਓਗੇ। ਸਮਝ ਗਏ? ਯਾਨੀ ਡੇਲੀ ਉਹ ਚੀਜ਼ਾਂ ਕੰਜ਼ਿਊਮ ਕਰਨੀਆਂ ਰੋਂਗ ਚੀਜ਼ ਹੈ। ਕਦੇ ਕਦੇ ਖਾਣੇ ਹੋ ਟੇਸਟ ਦੇ ਲਈ, ਉਹ ਚੀਜ਼ ਠੀਕ ਹੈ। ਜੋਗ੍ਰਾਫੀਕਲ ਕੰਡੀਸ਼ਨ ਵੀ ਮੈਟਰ ਕਰਦੀ ਹੈ। ਵੀ ਕਲਾਸ ਦੇ ਵਿੱਚ ਬੈਠੇ ਹਾਂ, ਫੈਨ ਲਾਈਟਸ ਹੈ, ਵਧੀਆ ਸਿੱਖ ਰਹੇ ਹਾਂ, ਜੇ ਗਰਾਊਂਡ 'ਚ ਖੜਾ ਕਰ ਦੇਣ ਨਹੀਂ ਸਿੱਖ ਸਕਦੇ। ਏਜ, ਵੀ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਬਹੁਤ ਵਧੀਆ ਸਿੱਖਦੇ ਨੇ, ਬਹੁਤ ਜਲਦੀ ਸਿੱਖਦੇ ਨੇ। ਜਿੰਨਾ ਬੱਚਾ ਵੱਡਾ ਹੋ ਜਾਂਦਾ, ਅਡਲਟ ਨੂੰ ਸਿਖਾਉਣਾ ਜ਼ਿਆਦਾ ਔਖਾ ਹੈ। ਕਾਰਨ ਕੀ ਹੁੰਦਾ? ਕਿਉਂਕਿ ਉਹਦੇ ਕਨਸੈਪਟ ਜਿਹੜੇ ਮਾਈਂਡ 'ਚ ਪਹਿਲੇ ਬਣ ਚੁੱਕੇ ਨੇ, ਉਹ ਕੱਢਾਂਗੇ ਫਿਰ ਹੀ ਨਵੇਂ ਕਨਸੈਪਟ ਜਾਣਗੇ। ਛੋਟੇ ਬੱਚੇ ਨੂੰ ਸਿਖਾਉਣਾ ਈਜ਼ੀ ਹੁੰਦਾ ਹੈ। ਫਿਰ ਆਪਣੇ ਕੋਲ ਕੀ ਆ ਗਏ? ਸਾਈਕੋਲੋਜੀਕਲ ਫੈਕਟਰ, ਮੈਂਟਲ ਹੈਲਥ। ਇਹ ਮਨੋਵਿਗਿਆਨਿਕ ਜਿਹੜੇ ਆਪਣੇ ਅੰਦਰ ਰਿਲੇਟ ਕਰਦੇ ਨੇ। ਮੈਂਟਲ ਹੈਲਥ ਯਾਨੀ ਵਧੀਆ ਹੋਏਗੀ, ਮਾਨਸਿਕ ਸਿਹਤ ਤਾਂ ਵਧੀਆ ਸਿੱਖਾਂਗੇ। ਮੈਂਟਲ ਸੈਟ ਯਾਨੀ ਆਪਦੀ ਮਨ ਦੇ ਵਿੱਚ ਜਿਹੜੀ ਆਪਣੀ ਥਿੰਕਿੰਗ ਵੀ ਮੈਟਰ ਕਰਦੀ ਹੈ ਕਿ ਉਹ ਵੀ ਸਹੀ ਹੋਣੀ ਚਾਹੀਦੀ ਹੈ, ਤਾਂ ਹੀ ਅੱਛਾ ਸਿੱਖ ਪਾਵਾਂਗੇ। ਚਿੰਤਾ ਦੇ ਵਿੱਚ ਆ ਨਹੀਂ ਸਿੱਖ ਸਕਦੇ। ਪ੍ਰੇਰਿਤ ਹੋਣੇ ਜ਼ਰੂਰੀ ਚਾਹੀਦਾ, ਬੱਚਾ ਪ੍ਰੇਰਿਤ ਹੋਵੇ ਸਿੱਖਣ ਦੇ ਲਈ, ਮੋਟੀਵੇਟਡ ਹੋਣਾ ਚਾਹੀਦਾ ਹੈ। ਇਹ ਆਪਾਂ ਕਰ ਲਿਆ ਸੀ ਮੋਟੀਵੇਸ਼ਨ ਵਾਲਾ, ਪੋਜ਼ਿਟਿਵ, ਨੈਗੇਟਿਵ ਤੇ ਜ਼ੀਰੋ।
ਰਿਵਾਰਡਸ ਐਂਡ ਪਨਿਸ਼ਮੈਂਟ ਵੀ ਮੈਟਰ ਕਰਦੇ ਨੇ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਪਤਾ ਹੈ ਵੀ ਫਸਟ ਆਉਣ ਤੋਂ ਬਾਅਦ ਸਾਈਕਲ ਮਿਲੇਗਾ, ਵਧੀਆ ਸਿੱਖਾਂਗੇ। ਜਾਂ ਡਰ ਨਾਲ ਵੀ ਬੱਚੇ ਸਿੱਖਦੇ ਨੇ, ਮੰਮੀ ਨੇ ਡਰ ਨਾਲ ਵੀ ਬਿਠਾਇਆ ਹੁੰਦਾ ਵੀ ਮਾਰ ਪਏਗੀ ਜੇ ਹੋਮਵਰਕ ਨਾ ਕੀਤਾ, ਸਮਝ ਗਏ, ਡਰ ਨਾਲ ਵੀ ਸਿੱਖਦੇ ਹਾਂ ਆਪਾਂ। ਸੋਸ਼ਲ ਫੈਕਟਰ ਨੇ, ਇਹ ਕੀ ਹੈ, ਵਰਕਿੰਗ ਕੰਡੀਸ਼ਨ, ਜਿੱਥੇ ਤੁਸੀਂ ਕੰਮ ਕਰ ਰਹੇ ਹੋ ਅੱਛਾ ਇਨਵਾਇਰਨਮੈਂਟ ਹੋਏਗਾ, ਵਧੀਆ ਸਿੱਖੋਗੇ। ਜੇ ਤੁਹਾਨੂੰ ਉੱਥੇ ਕੋਆਪਰੇਸ਼ਨ ਨਹੀਂ ਮਿਲ ਰਹੀ, ਤੁਸੀਂ ਅੱਛਾ ਨਹੀਂ ਸਿੱਖ ਪਾਉਂਦੇ। ਆਰਗੇਨਾਈਜੇਸ਼ਨ ਦਾ ਕਲਾਈਮੇਟ ਵੀ ਵਧੀਆ ਹੋਣਾ ਚਾਹੀਦਾ ਹੈ, ਯਾਨੀ ਇਹ ਨਹੀਂ ਵੀ ਆਪਾਂ ਕਹਿ ਸਕਦੇ ਜਿਹੜੀ ਤੁਸੀਂ ਆਰਗੇਨਾਈਜੇਸ਼ਨ 'ਚ ਵਰਕ ਕਰ ਰਹੇ ਹੋ ਉੱਥੇ ਜਿਹੜਾ ਹੈ ਇੱਕ ਤਰ੍ਹਾਂ ਤੁਹਾਨੂੰ ਪੂਰੀ ਰਿਸਪੈਕਟ ਮਿਲੇਗੀ ਤਾਂ ਤੁਸੀਂ ਅੱਛਾ ਸਿੱਖ ਪਾਓਗੇ, ਅੱਛਾ ਸਿਖਾ ਪਾਓਗੇ। ਟਾਸਕ ਵੇਰੀਏਬਲ ਕੀ ਹੁੰਦੇ ਨੇ, ਯਾਨੀ ਇਹ ਕੰਮ ਨਾਲ ਸੰਬੰਧਿਤ ਨੇ। ਜੇ ਤੁਹਾਡਾ ਕੰਮ ਬਈ ਮੁਸ਼ਕਿਲ ਹੈ ਤਾਂ ਆਪਾਂ ਨੂੰ ਸਿੱਖਣ 'ਚ ਜਿਹੜੀ ਇਹ ਕਠਿਨਾਈ ਆਏਗੀ, ਜਿਹੜਾ ਵੀ ਤੁਸੀਂ ਕਲਾਸ ਦੇ ਵਿੱਚ ਪੜ੍ਹਦੇ ਹੋ। ਫਿਰ ਜੇ ਕੰਮ ਤੁਹਾਡਾ ਮੀਨਿੰਗਫੁਲ ਹੋਏਗਾ ਤਾਂ ਤੁਸੀਂ ਜਲਦੀ ਸਿੱਖ ਪਾਓਗੇ। ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਾਂ 10 ਐਸੇ ਵਰਡ ਲਿਖੋ, ਐਸ ਤੁਸੀਂ ਮਿੰਟ 'ਚ ਯਾਦ ਕਰਕੇ ਸੁਣਾ ਦੋਗੇ। ਜੇ ਮੈਂ ਤੁਹਾਨੂੰ ਕਹਿ ਦਾਂ ਵੀ ਇਸ ਤਰ੍ਹਾਂ ਦੇ ਵਰਡ ਲਿਖਣੇ ਨੇ ਜਿਨ੍ਹਾਂ ਦਾ ਕੋਈ ਮੀਨਿੰਗ ਨਾ ਬੰਦਾ ਹੋਵੇ, ਇਹਨਾਂ ਨੂੰ ਯਾਦ ਕਰਨਾ ਮੁਸ਼ਕਿਲ ਹੈ, ਸਮਝ ਗਏ। ਤਾਂ ਜਿੰਨਾ ਮੀਨਿੰਗਫੁਲ ਹੋਏਗਾ ਵਧੀਆ ਸਿੱਖਾਂਗੇ। ਫਿਰ ਕੀ ਹੈ, ਸਾਈਜ਼ ਆਫ ਟਾਸਕ, ਜੇ ਤਾਂ ਕੰਮ ਛੋਟਾ ਹੋਏਗਾ ਆਪਾਂ ਜਲਦੀ ਸਿੱਖ ਲੈਂਦੇ ਹਾਂ। ਜਿਵੇਂ ਤੁਸੀਂ ਕੁਐਸਚਨਸ ਯਾਦ ਕਰਦੇ ਹੋ, ਜਿੰਨੇ ਲੈਂਥੀ ਹੋਏਗਾ ਕੰਮ, ਲੰਬਾ ਹੋਏਗਾ, ਉਹਨਾਂ ਆਪਾਂ ਘੱਟ ਸਿੱਖਾਂਗੇ। ਠੀਕ ਹੈ ਜੀ, ਇਹ ਆਪਣਾ ਅੱਜ ਦਾ ਟੌਪਿਕ ਸੀਗਾ। ਕਲੀਅਰ ਹੈ? ਕੁਝ ਡਾਊਟ ਹੈ ਤਾਂ ਪੁੱਛ ਸਕਦੇ ਹੋ।